ਕਰ ਰਿਹਾ, ਕਿਉਂਕਿ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਉਹ ਕੱਚਾ ਨਹੀਂਗਾ, ਵੈਸੇ ਕਚਿਆਈ 'ਚ ਹੈਗਾ, ਪਰ ਜੋ ਕਰ ਰਿਹਾ ਦਿਲੋਂ ਕਰ ਰਿਹਾ, ਉਹ ਅਣਜਾਣ ਆ, ਉਹਨੂੰ ਪਤਾ ਨਹੀਂਗਾ ਵੀ ਮੈਂ ਜੋ ਕਰ ਰਿਹਾ ਉਹ ਠੀਕ ਨਹੀਂ। ਪਰ ਜਨਾਬ ਤੁਹਾਨੂੰ ਦੋਵੇਂ ਪੱਖ ਪਤਾ ਨੇ। ਤੁਹਾਨੂੰ ਇਹ ਵੀ ਪਤਾ ਆ, ਮੈਂ 1.5 ਸਾਲ ਤੋਂ ਇੱਥੋਂ ਕਹਿ ਰਿਹਾ ਕਿ ਹਰਨੇਕ ਕੀ ਕਹਿ ਰਿਹਾ, ਸਤਨਾਮ ਕੀ ਕਹਿ ਰਿਹਾ ਪਈ। ਉਹ ਦੋਵੇਂ ਬੰਦੇ ਕਕਾਰਾਂ ਨੂੰ ਡਏ ਦੱਸਦੇ ਨੇ ਤੇ ਖੰਡੇ ਦੀ ਪਾਹ ਨੂੰ ਕਲੰਕ ਦੱਸਦੇ ਨੇ। ਉਹ ਤੇ ਰਣਜੀਤ ਸਿੰਘ ਨੇ ਇਹ ਵੀ ਮੰਨਿਆ ਕਿ ਮੈਂ ਸੁਖਦੇਵ ਦੇ ਸਾਰੇ ਪ੍ਰੋਗਰਾਮ ਸੁਣਦਾ, ਤੇ ਇੰਨਾ ਕੁਝ ਸੁਣਨ ਤੋਂ ਬਾਅਦ ਵੀ ਤੁਸੀਂ ਕਹਿੰਦੇ ਵੀ ਉਹ ਤਰਕ ਤੇ ਦਲੀਲ ਨਾਲ ਗੱਲ ਕਰਦੇ ਨੇ। ਪਰ ਜਦੋਂ ਆਪਣੇ ਆਪ ਨੂੰ ਸੇਕ ਪਹੁੰਚਿਆ, ਜਦੋਂ ਵਕੀਲ ਕਰਨੇ ਪਏ ਨੇ, ਤੇ ਫਟਾਫਟ ਲੱਖ ਲੱਖ ਹੁਣ ਵਧਾਈਆਂ ਹੋ ਗਈਆਂ ਨੇ। ਜਿਹੜੇ ਅੰਮ੍ਰਿਤ ਛਕ ਕੇ ਆਏ ਜੀ ਆਇਆਂ ਨੂੰ। ਜਿਹੜੇ ਵੀਰ ਭਰਾ ਭੈਣਾਂ ਬਹਿ ਜਾਓ ਰਾਹ 'ਚ ਹੀ, ਜਿੱਥੇ ਖੜੇ ਆ ਇੱਥੇ ਹੀ ਬਹਿ ਜਾਓ, ਖੁੱਲੇ ਖੁੱਲੇ ਬਹਿ ਜਾਓ। ਜੀ ਆਇਆਂ ਨੂੰ ਲੱਖ ਲੱਖ ਹੋਣ ਵਧਾਈਆਂ, ਲੱਖ ਲੱਖ ਹੋਣ, ਲੱਖ ਲੱਖ ਹੋਣ ਵਧਾਈਆਂ, ਹੋਣ ਵਧਾਈਆਂ, ਲੱਖ ਲੱਖ ਹੋਣ ਵਧਾਈਆਂ। ਜਿਹੜੇ ਬਣ ਕੇ ਗੁਰਾਂ ਦੇ ਆਏ, ਬਣ ਕੇ ਗੁਰਾਂ ਦੇ, ਬਣ ਕੇ ਗੁਰਾਂ ਦੇ ਆਏ। ਹਾਂਜੀ, ਜਿਹੜੇ ਬਣ ਕੇ ਗੁਰਾਂ ਦੇ ਆਏ, ਲੱਖ ਲੱਖ ਹੋਣ ਵਧਾਈਆਂ। ਕੀਤਾ ਕੀ ਉਹਨਾਂ ਨੇ? ਗੁਰੂ ਸਾਹਿਬ ਦੇ ਅੱਗੇ ਪ੍ਰਣ ਕੀਤਾ ਹੈ ਕਿ ਅੱਜ ਤੋਂ ਕੇਸ ਕਤਲ ਨਹੀਂ ਕਰਵਾਵਾਂਗੇ, ਕਕਾਰ ਪਹਿਨ ਕੇ ਰੱਖਾਂਗੇ। ਬਾਕੀ ਜਿਹੜੇ 4 ਆ ਕੇਸ ਵੀ ਕਕਾਰ ਨੇ, 5 ਕਕਾਰ ਯਾਨੀ ਕਿ ਆਪਣੇ ਜਿਹੜੇ ਆ ਉਹ ਰੱਖਾਂਗੇ ਅੰਗ ਸੰਗ। ਬਾਣੀ ਪੜਾਂਗੇ, ਜੀਵਨ ਗੁਰੂ ਸਾਹਿਬ ਦੇ ਆਸ਼ੇ ਅਨੁਸਾਰ ਜੀਵਾਂਗੇ। ਜੇ ਫਿਰ ਗੱਲ ਘੁੰਮ ਕੇ ਉੱਥੇ ਹੀ ਆਉਂਦੀ ਹੈ ਵੀ ਜੇ ਹਰਨੇਕ ਦਲੀਲ ਨਾਲ ਗੱਲ ਕਰਦਾ, ਰਣਜੀਤ ਸਿੰਘ ਜੀ ਤੁਸੀਂ ਬੱਚੇ ਨਹੀਂ, 38ਵਾਂ ਜਨਮ ਦਿਨ ਸ਼ਾਇਦ ਮਨਾ ਲਿਆ ਹੈ। ਆਹ ਗਾਉਂਦਿਆਂ ਅੰਦਰ ਵਜ੍ਹਾ ਨਹੀਂ ਟੁਣਕਾ ਕਿ ਇਹ ਬੰਦੇ ਤੇ ਉਹ ਚੀਜ਼ ਪਾ ਕੇ ਆਇਆ ਜਿਹਨੂੰ ਮੇਰਾ ਸਾਥੀ, ਮੇਰਾ ਚਾਪਲੂਸ ਡਏ ਦੱਸਦਾ। ਨਾ ਸਿਰਫ ਚਾਪਲੂਸ ਬਲਕਿ ਤੁਹਾਡਾ ਪੂਰਾ ਗਰੁੱਪ ਜਿਹੜਾ ਉਹ ਡਏ ਦੱਸਦਾ ਕਿ ਪਸ਼ੂ ਦੇ ਗਲ 'ਚ ਪਾਇਆ ਹੋਇਆ ਪਾਵਾ ਹੈ। ਕਿਹੜੇ ਮੂੰਹ ਨਾਲ? ਇਹ ਫਰੇਬ ਨਹੀਂ ਹੈ, ਗੁਰੂ ਦੀ ਬੇਅਦਬੀ ਨਹੀਂ ਹੈ, ਇਹ ਗੁਰੂ ਦੀ ਸ਼ਰਮ ਬੇਅਦਬੀ ਨਹੀਂ। ਗੁਰੂ ਦੀ ਹਜ਼ੂਰੀ 'ਚ ਬਹਿ ਕੇ ਤੇ ਗਾਉਣਾ ਕਿ ਲੱਖ ਲੱਖ ਹੋਣ ਵਧਾਈਆਂ, ਤੁਸੀਂ ਬਣ ਕੇ ਗੁਰੂ ਦੇ ਆਏ। ਇਹ ਫਰੇਬ ਹੈ ਸ਼ਰੇਆਮ। ਇਹਨੂੰ ਕਹਿੰਦੇ ਆ, ਭਗਤ ਕਬੀਰ ਜੀ ਨੇ ਕਿਹਾ ਨਾ ਕਿ ਲੋਗਨ ਰਾਮ ਖਿਲਾਉਣਾ ਜਾਨਾ। ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਖਿਡਾਉਣਾ ਸਮਝਿਆ ਹੋਇਆ, ਬਿਲਕੁਲ ਖਿਡਾਉਣਾ ਸਮਝਿਆ ਹੋਇਆ ਤੁਸੀਂ ਕਿ ਇੱਧਰ ਵਰਤਣਾ ਇੱਧਰ ਵਰਤ ਲਓ, ਇੱਧਰ ਵਰਤਣਾ ਇੱਧਰ ਵਰਤ ਲਓ। ਨਹੀਂ, ਆਪਣੀ ਐਸ਼ ਪ੍ਰਸਤੀ ਵਾਸਤੇ ਵਰਤ ਲਓ। ਹਰਨੇਕ ਨੂੰ ਸੱਚਾ ਸਾਬਤ ਕਰਨ ਲਈ ਇੱਥੇ ਬਹਿ ਕੇ ਤੁਸੀਂ ਮਤਲਬ ਲੁਕਵੇਂ ਜਿਹੇ ਰੂਪ 'ਚ ਕਹਿ ਦਿਓ, ਪੱਤਰਕਾਰਾਂ ਨੂੰ ਸਿੱਧੇ ਰੂਪ 'ਚ ਕਹਿ ਦਿਓ। ਬਾਅਦ 'ਚ ਇਹ ਵੀ ਕਹਿ ਦਿਓ ਗੁਰੂ ਵਾਲੇ ਬਣ ਗਏ ਆ, ਕਿਉਂਕਿ ਹੁਣ ਥੋੜਾ ਜਿਹਾ ਗੋਲਕ ਘਟਣ ਲੱਗੀ ਆ, ਫਾਈਨੈਂਸ਼ੀਅਲ ਪ੍ਰੋਬਲਮ ਆਉਣ ਲੱਗੀ ਹੈ ਫਟਾਫਟ। ਜਾਂ ਹੋ ਸਕਦਾ ਕਿ ਵਕੀਲਾਂ ਨੇ ਕਿਹਾ ਹੋਵੇ ਕਿ ਰਣਜੀਤ ਸਿੰਘ ਜੀ ਤੁਹਾਨੂੰ ਹੁਣ ਕਰਨਾ ਪੈਣਾ ਕੁਛ ਨਾ ਕੁਛ, ਨਹੀਂ ਤਾਂ ਉਧਰੋਂ ਹੋ ਸਕਦਾ ਕਿ ਥੋੜਾ ਜਿਹਾ ਦਬਾਅ ਬਣ ਜਾਵੇ। ਕਹਿੰਦਾ ਕੋਈ ਗੱਲ ਨਹੀਂ, ਗੁਰੂ ਦੀ ਬਖਸ਼ਿਸ਼ ਸਾਡੇ ਕੋਲ ਹੈ, ਵਰਤ ਲਈ ਨੇ। ਕਦੋਂ ਵਰਤਣੀ ਹੈ ਪੂੰਜੀ ਹੈ? ਗੁਰੂ ਸਾਹਿਬ ਨੇ ਇਹ ਜ਼ਰੂਰ ਕਿਹਾ ਸੀ ਕਿ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭੈ ਨਿਧਾਨਾ ਰਤਨ ਲਾਲ ਜਾ ਕਾ ਕੁਛ ਨਾ ਮੋਲ ਭਰੀ ਭੰਡਾਰ ਅਕੂਟ ਅਤੋ। ਹਨਾ, ਸੋ ਇਹ ਤਾਂ ਖਜ਼ਾਨੇ ਲਾਇਰ ਲਾਇ ਹੀਰ ਤੇ ਮਹਾਰਾਜ ਕਹਿੰਦੇ ਵੀ ਜਿਹੜਾ ਵੀ ਬੰਦਾ ਆ ਉਹ ਖਜ਼ਾਨੇ ਦਾ ਹਿੱਸੇਦਾਰ ਆ। ਪਰ ਏਦਾਂ ਹੇਰਾ ਫੇਰੀ ਨਾਲ ਵਰਤਣ ਲਈ ਨਹੀਂ ਦਿੱਤਾ ਮਹਾਰਾਜ ਨੇ ਕਿ ਤੁਸੀਂ ਏਦਾਂ ਹੇਰਾ ਫੇਰੀ ਨਾਲ ਵਰਤ ਕੇ ਤੇ ਆਪਣਾ ਉੱਲੂ ਸਿੱਧਾ ਕਰਦੇ ਰਹੋ। ਇਹ ਸ਼ਰੇਆਮ ਫਰੇਬ ਆ, ਇਹ ਸ਼ਰੇਆਮ ਗੁਰੂ ਸਾਹਿਬ ਦੀ ਬੇਅਦਬੀ ਆ ਉਹਨਾਂ ਦੀ ਹਜ਼ੂਰੀ ਦੇ ਵਿੱਚ ਬਹਿ ਕੇ। ਇਸ ਤੋਂ ਵੱਡੀ ਬੇਅਦਬੀ ਨਹੀਂ ਹੋਰ ਕੋਈ। ਤੇ ਬੜਕ ਕਿੱਥੇ ਆ? ਨਾ ਤੇ ਉਹ ਹਰਨੇਕ ਦੇ ਹੱਕ 'ਚ ਵੱਜ ਰਹੀ ਅੱਜ, ਨਾ ਉਹ ਦੂਸਰੇ ਪਾਸੇ ਵੱਜ ਰਹੀ ਅੱਜ। ਕਿੱਥੇ ਫਸ ਗਈ ਆ? ਅਜੇ ਤੱਕ ਤੇ ਇਹ ਵੀ ਨਹੀਂ ਕਿਹਾ ਵੀ ਜਿਹੜੇ ਇਲਜ਼ਾਮ ਅਨੂਪ ਗੜ੍ਹ ਨੇ ਰਣਜੀਤ ਸਿੰਘ ਤੇ ਢੱਡਰੀਆਂ ਵਾਲੇ ਤੇ ਲਾਏ ਆ, ਮਨਜੋਤ ਨੇ ਲਾਏ ਜਿਹੜੇ, ਅਜੇ ਤੱਕ ਤੇ ਇਹ ਵੀ ਨਹੀਂ ਕਿਹਾ ਗਿਆ ਕਿ ਉਹ ਗਲਤ ਨੇ। ਉਧਰ ਵੀ ਬੜਕ ਨਹੀਂ ਵੱਜੀ। ਤੇ ਦੂਸਰੇ ਪਾਸੇ ਇਹ ਵੀ ਨਹੀਂ ਕਿਹਾ ਗਿਆ ਕਿ ਹਰਨੇਕ ਗਲਤ ਹੈ, ਉਧਰ ਵੀ ਬੜਕ ਨਹੀਂ ਵੱਜੀ।
कित्थे गई बड़क? नहीं, ये फरेब है, बड़क नहीं है। बोलो बोलो जेड़े बन के गुरां दे आए जेड़े ओ पिछे जो बीती सो बीती जो बीती सो बीती जो बीती सो बीती पिछे जो बीती सो बीती आ, अज तो तुसी गुरु वाले बन गए। ਹੁਣ ਸਭ ਤੋਂ ਪਹਿਲੀ ਗੱਲ ਕਿ ਇੱਕ ਉਹ ਵੀ ਸਵਾਲ ਜਿਹੜਾ ਵੀ ਗਿਆਨ ਹੀ ਜਿਹੜਾ ਤੁਹਾਡਾ ਗੁਰੂ ਹੈ, ਅੱਜ ਅੰਦਰ ਉਹਨਾਂ ਨੂੰ ਕੀ ਦਿੱਤਾ ਗਿਆ? ਫਿਰ ਕਕਾਰ ਪਵਾਏ ਗਏ ਨਾਲ। ਗਿਆਨ ਤੇ ਹੋ ਸਕਦਾ ਉਹਨਾਂ ਨੂੰ ਪਹਿਲਾਂ ਵੀ ਆ ਗਿਆ ਹੋਵੇ। ਗਿਆਨ ਤੇ ਹੁਣ ਅਨੂਪਗੜ੍ਹ ਕਹਿੰਦਾ ਕੈਂਚੀ ਫਿਰਨ ਤੋਂ ਬਾਅਦ ਵੀ ਕਹਿੰਦਾ ਕਿ ਗਿਆਨ ਸਾਰੇ ਅਪਗ੍ਰੇਡਾਂ ਨਾਲੋਂ ਜ਼ਿਆਦਾ ਉਹਦੇ ਕੋਲ। ਕਿਹੜੇ ਗੁਰੂ ਵਾਲੇ ਬਣੇ ਨੇ? ਅੰਦਰ ਕੀ ਗਿਆ? ਮਰਿਆਦਾ ਜਦੋਂ ਉਹਨਾਂ ਨੂੰ ਪੜ੍ਹਾਈ ਦੱਸੀ ਗਈ, ਪੜ੍ਹ ਕੇ ਦੱਸੀ ਗਈ ਵੀ ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ, ਤੁਹਾਡੇ ਮਾਤਾ ਸਾਹਿਬ ਕੌਰ ਜੀ ਨੇ, ਤੁਸੀਂ ਆਨੰਦਪੁਰ ਦੇ ਵਾਸੀ ਹੋ। ਅੰਦਰ ਕੀ ਕਿਹਾ ਗਿਆ? ਕਿਹੜੀ ਮਰਿਆਦਾ ਪੜ੍ਹਾਈ ਗਈ? ਤੁਹਾਡੇ ਪਿਤਾ ਅੱਜ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ, ਮਾਤਾ ਸਾਹਿਬ ਕੌਰ ਜੀ ਨੇ, ਤੁਸੀਂ ਆਨੰਦਪੁਰ ਦੇ ਵਾਸੀ ਹੋ, ਤੁਹਾਡੇ ਨਾਵਾਂ ਦੇ ਮਗਰ ਕੌਰ ਤੇ ਸਿੰਘ ਲੱਗੇਗਾ ਅੱਜ ਤੋਂ। ਪਿੱਛੇ ਜੋ ਬੀਤੀ ਹੈ, ਅੱਜ ਤੋਂ ਤੁਹਾਡਾ ਰਾਹ ਆਇਆ। ਤੇ ਜੇ ਫਿਰ ਇਸ ਤੋਂ ਬਾਅਦ ਅਗਲਾ ਰਾਹ ਐਂਡ ਪ੍ਰੋਡਕਟ ਆ, ਉਹ ਦੂਜਾ ਬਣਨਾ ਅਨੂਪਗੜ੍ਹ ਵਾਲਾ ਹਰਨੇਕ ਨੇ ਉਹ ਤਿਆਰ ਕਰਨਾ ਹੈ, ਹਨਾ ਵੀ ਇਹ ਵੀ ਇਧਰੋਂ ਫਿਰ ਤੇ ਬੇਈਮਾਨੀ ਹੋ ਗਈ। ਮਹਾਰਾਜ ਕਹਿੰਦੇ ਕਿ ਹਰਨਾ ਬਾਜਾਂ ਤੈ ਸਿਕਦਾਰਾਂ ਇਹਨਾਂ ਪੜਿਆ ਨਾ ਵੀ ਇਹ ਉਦਾਂ ਦੀ ਪੜ੍ਹਾਈ ਤੇ ਨਹੀਂ ਕਿਤੇ। ਹਿਰਨ ਕੀ ਕਰਦਾ? ਆਪਣੇ ਭੈਣ ਭਰਾਵਾਂ ਨੂੰ ਵਰਗਲਾ ਕੇ ਕਿ ਉਧਰ ਬੜਾ ਹਰਾ ਚਾਰਾ ਵੀ ਆਜੋ ਉਧਰ ਜਾ ਕੇ ਚਰਦੇ ਆ, ਤੇ ਸ਼ਿਕਾਰੀ ਦੇ ਨਾਲ ਰਲਿਆ ਹੁੰਦਾ, ਸਿਖਾਇਆ ਹੁੰਦਾ ਸ਼ਿਕਾਰੀ ਨੇ, ਉਧਰੋਂ ਉਹਨਾਂ ਨੂੰ ਲਿਆ ਕੇ ਤੇ ਛੱਡ ਦਿੰਦਾ ਹੈ ਉਸ ਇਲਾਕੇ ਜਿੱਥੇ ਸ਼ਿਕਾਰੀ ਤੀਰ ਮਾਰ ਕੇ ਫਾਹ ਕੇ ਸੁੱਟ ਦਿੰਦਾ। ਬਾਜ ਵੀ ਆਪਣੀ ਜਾਤੀ ਵਾਲਿਆਂ ਨੂੰ ਪਾਉਂਦਾ ਹੈ ਤੇ ਸਿਕਦਾਰ ਵੀ ਮਾਰੇ ਕਹਿੰਦੇ ਇਹ ਕੁਝ ਕਰਦੇ ਨੇ। ਹੁਣ ਇਹ ਤੇ ਨਹੀਂ ਕਿਤੇ ਕਿ ਇਧਰੋਂ ਜਿਹੜੇ ਭੋਲੇ ਭਾਲੇ ਸਿੱਖ ਆ ਉਹਨਾਂ ਨੂੰ ਇੱਕ ਵਾਰੀ ਲਿਆਈਏ ਇਧਰ 110 ਨੂੰ ਤੇ ਫਿਰ ਗਾਂ ਹਰਨੇਕ ਸਿੰਘ ਤੇਰੇ ਕੋਲ ਭੇਜ ਦਿੰਦੇ ਫੈਕਟਰੀ। ਜਿੱਦਾਂ ਹੁੰਦਾ ਨਾ ਕਿ ਇੱਕ ਪੱਟੇ ਦੇ ਉੱਤੇ ਇੰਨਾ ਕੁ ਪ੍ਰੋਡਕਟ ਤਿਆਰ ਹੋ ਗਿਆ, ਬਾਕੀ ਇਸ ਤੋਂ ਅਗਲੇ ਪੁਰਜੇ ਜਿਹੜੇ ਗੱਡੀ ਨੂੰ ਅਗਲੇ ਪੱਟੇ ਤੇ ਜਾ ਕੇ ਫਿੱਟ ਹੋਣਗੇ, ਕਿ ਅੱਗੋਂ ਤੂੰ ਹਰਨੇਕ ਕਰ ਆ ਕੇ ਤੇ ਫਿਰ ਅਨੂਪਗੜ੍ਹ ਬਣਾ ਕੇ ਬਾਹਰ ਕੱਢੀ ਜਾਵੀਂ ਤੇ ਮੈਂ ਇਧਰੋਂ ਲਈ ਆਉਣਾ। ਕਿਤੇ ਇਹ ਤੇ ਨਹੀਂ। ਜੇ ਇਹ ਖੇਡ ਹੈ ਤੇ ਇਹ ਵੀ ਇੱਕ ਬੇਈਮਾਨੀ ਹੈ ਸਿਰੇ ਦੀ ਗੁਰੂ ਸਾਹਿਬ ਦੇ ਹੁੰਦੇ। ਬੜਕ ਮਾਰੋ, ਇੱਕ ਪਾਸੇ ਮਾਰੋ, ਦੋਵੇਂ ਪਾਸੇ ਨਹੀਂ, ਇੱਕ ਪਾਸੇ ਬੜਕ ਮਾਰੋ, ਜਾਂ ਤੇ ਕਹਿ ਦਿਓ ਵੀ ਛੱਡਿਆ ਸਾਰਾ ਕੁਝ, ਵੀ ਸਾਡੇ ਵਾਸਤੇ ਖੰਡੇ ਦੀ ਪੌਲ ਕੋਈ ਮੈਨੇ ਨਹੀਂ ਰੱਖਦੀ, ਛੱਡ ਕੇ ਲਾਂਭੇ ਹੋ ਜਾਓ। ਬੜੇ ਬੰਦੇ ਨੇ ਲਾਂਭੇ, ਕੋਈ ਘਾਟਾ ਨਹੀਂ ਪੈਣ ਲੱਗਾ ਕਿਤੇ। ਤੇ ਜਾਂ ਫਿਰ ਬੜਕ ਜਿਹੜੀ ਆ ਉਹ ਹਰਨੇਕ ਦੇ ਖਿਲਾਫ ਮਾਰ ਲਓ ਸਮਾਂ ਰਹਿੰਦਿਆਂ, ਨਹੀਂ ਤੇ ਵਕਤ ਨੇ ਮਾਫ ਨਹੀਂ ਕਰਨਾ। ਆਪਣੀ ਐਸ਼ ਪ੍ਰਸਤੀ ਦਾ ਜੁਗਾੜ ਤੁਸੀਂ ਕਰੀ ਰੱਖੋਗੇ, ਮੈਨੂੰ ਪਤਾ ਹੈ ਹੁੰਦਾ ਰਹਿਣਾ। ਬਹੁਤ ਬੰਦੇ ਨੇ, ਬੰਦੇ ਤੇ ਉਹ ਵੀ ਨੇ ਜਿਹੜੇ ਬਲਾਤਕਾਰੀਆਂ ਨੂੰ ਵੀ ਮੱਥੇ ਟੇਕਦੇ ਨੇ, ਹਲੇ ਵੀ ਉਹ ਕਹਿੰਦੇ ਕਿ ਮੌਕਾ ਮਿਲੇ ਫਿਰ ਪੈਰੀ ਪਈਏ। ਤੁਹਾਨੂੰ ਵੀ ਕੋਈ ਗੱਲ ਨਹੀਂ। ਗੁਰੂ ਸਾਹਿਬ ਨੇ ਜਦੋਂ ਭਾਈ ਲਹਿਣਾ ਜੀ ਨੂੰ ਗੁਰਿਆਈ ਦੀ ਬਖਸ਼ੀ ਨਾ, ਗੁਰੂ ਅੰਗਦ ਸਾਹਿਬ ਦੇ ਰੂਪ ਦੇ ਵਿੱਚ ਉਹਨਾਂ ਨੂੰ ਸੁਸ਼ੋਭਿਤ ਕੀਤਾ, ਤੇ ਮਾਤਾ ਜੀ ਨੇ ਕਿਹਾ ਸੀ ਕਿ ਆਪਣੇ ਪੁੱਤਰਾਂ ਬਾਰੇ ਕੀ ਹੈ ਸੋਚਿਆ ਹੈ ਵੀ ਇਹਨਾਂ ਦਾ ਕਿੱਦਾਂ ਚੱਲੂਗਾ। ਤੇ ਮਹਾਰਾਜ ਨੇ ਕਿਹਾ ਵੀ ਇਹਨਾਂ ਦੇ ਕੁੱਤਿਆਂ ਨੂੰ ਰੋਟੀ ਦੀ ਕਮੀ ਨਹੀਂ ਹੋਊਗੀ। ਰੋਟੀ ਦੀ ਕਮੀ ਤੁਹਾਨੂੰ ਨਹੀਂ ਰਹਿਣੀ, ਗੁਰੂ ਦਾ ਆਸਰਾ ਲਿਆ ਤੁਸੀਂ, ਗੁਰੂ ਨੇ ਚਾਹੇ ਜਰੀਆ ਬਣਾਇਆ, ਰੋਟੀ ਦੀ ਕਮੀ ਨਹੀਂ ਰਹਿਣੀ, ਐਸ਼ ਪ੍ਰਸਤੀ ਦੀ ਕੋਈ ਕਮੀ ਨਹੀਂ ਰਹਿਣੀ। ਬੂਟ ਭਾਵੇਂ ਤੁਸੀਂ 80,000 ਦੀ ਬਜਾਏ ਤੁਸੀਂ 8 ਲੱਖ ਦੇ ਪਾਓ, ਕੋਈ ਕਮੀ ਨਹੀਂ ਰਹਿਣੀ। ਪਰ ਸਮੇਂ ਨੇ ਮੁਆਫ ਨਹੀਂ ਕਰਨਾ। ਆਹ ਗੱਲਾਂ ਮੇਰੇ ਪ੍ਰੋਗਰਾਮ ਜਾਂ ਤੁਹਾਡੀਆਂ ਗੱਲਾਂ ਤੇ ਜਦੋਂ ਕੋਈ ਐਨਾਲਿਸਿਸ ਕਰੂਗਾ ਅੱਜ ਤੋਂ 100 ਸਾਲ ਬਾਅਦ, 200 ਸਾਲ ਬਾਅਦ ਵੀ ਨਿਰਪੱਖ ਬੰਦਾ, ਸਮੇਂ ਨੇ ਮਾਫ ਨਹੀਂ ਕਰਨਾ। ਇਹਨੂੰ ਬੇਈਮਾਨੀ ਕਿਹਾ ਜਾਊਗਾ, ਇਹਨੂੰ ਫਰੇਬ ਕਿਹਾ ਜਾਊਗਾ, ਇਹਨੂੰ ਧੋਖਾ ਕਿਹਾ ਜਾਊਗਾ ਧਰਮ ਦੇ ਨਾਲ। ਹਾਂਜੀ, ਪਿੱਛੇ ਜੋ ਬੀਤੀ ਸੋ ਬੀਤੀ, ਜੋ ਬੀਤੀ ਸੋ ਬੀਤੀ, ਜੋ ਬੀਤੀ ਸੋ ਬੀਤੀ, ਜੋ ਬੀਤੀ ਸੋ ਬੀਤੀ। ਸਾਨੂੰ ਜੀ ਆਇਆ, ਸਾਨੂੰ ਜੀ ਆਇਆ। ਹੁਣ ਉਹ ਖਾਲਸੇ ਬਣੇ, ਉਹਨਾਂ ਨੂੰ ਕਿਹਾ ਗਿਆ ਹੋਊਗਾ ਨਾ ਅੰਦਰ ਕਿ ਤੁਸੀਂ ਪੌਲ ਸ਼ਕੀ ਅੱਜ ਤੋਂ ਖਾਲਸੇ ਬਣ ਗਏ ਹੋ ਤੁਸੀਂ।
ਤੇ ਉਹ ਜਿਹੜੇ ਗੁਰੂ ਸਾਹਿਬ ਦੇ ਬੋਲ ਜਿਹੜੇ ਕਿਸੇ ਕਵੀ ਨੇ ਆਪਣੀ ਕਲਮ ਦੇ ਵਿੱਚ ਬੰਨੇ ਨੇ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਅੱਜ ਤੋਂ ਤੁਸੀਂ ਖਾਲਸੇ ਹੋ ਗਏ। ਆਓ ਖਾਲਸਾ ਜੀ, ਤੁਹਾਨੂੰ ਜੀ ਆਇਆਂ ਨੂੰ। ਰਣਜੀਤ ਸਿੰਘ ਜੀ, ਕਦੋਂ ਤੱਕ ਚੱਲੂਗਾ ਇਹ ਫਰੇਬ? ਬੋਲਦੇ ਨਹੀਂ ਗੱਜ ਕੇ ਤੁਸੀਂ, ਗੱਜ ਕੇ ਬੋਲੀ ਦਾ। ਇਹਦੇ ਨਾਲ ਨਾ ਇਹ ਜਦੋਂ ਬੋਲਦੇ ਆ ਉਹ ਗੱਲ ਦਿਮਾਗ 'ਚ ਬਹਿੰਦੀ। ਇੱਕ ਪਾਸਿਓਂ ਇਹ ਦਿਮਾਗ 'ਚ ਬਿਠਾਇਆ ਜਾ ਰਿਹਾ ਕਿ ਇਹ ਖਾਲਸੇ ਹੋ ਗਏ ਨੇ, ਇਹ ਗੁਰੂ ਵਾਲੇ ਹੋ ਗਏ ਨੇ, ਬੋਲੋ ਉੱਚੀ ਉੱਚੀ, ਇਹਦੇ ਨਾਲ ਗੱਲ ਦਿਮਾਗ 'ਚ ਬਹੂਗੀ। ਦੂਜੇ ਪਾਸਿਓਂ ਹਰਨੇਕ ਦੀ ਗੱਲ ਵੀ ਦਿਮਾਗ 'ਚ ਪੈਂਦੀ ਹੈ ਤੇ ਫਿਰ ਦਿਮਾਗ 'ਚ ਖਿਲਰ ਨਹੀਂ ਵਿਚਾਰਿਆਂ ਦੇ। ਜਦੋਂ ਆਪਾ ਵਿਰੋਧੀ ਇਸ ਤਰ੍ਹਾਂ ਦੇ ਬਿਆਨ ਤੁਸੀਂ ਉਹਨਾਂ ਦੇ ਦਿਮਾਗ 'ਚ ਪਾਓਗੇ ਤੇ ਕਿਹੜੀ ਕੜੀ ਉਹ ਘੋਲਦੇ ਨੇ ਫਿਰ ਸੋਸ਼ਲ ਮੀਡੀਆ ਤੇ ਜਾਂ ਆਮ ਜ਼ਿੰਦਗੀ 'ਚ, ਪਤਾ ਲੱਗਦਾ ਹੀ ਹੈ। ਫਿਰ ਜਦੋਂ ਕਹਿੰਦੇ ਸਾਡੇ ਦਿਮਾਗ ਖੁੱਲੇ ਆ, ਇਹੋ ਕੁਛ ਹੀ ਹੋਣਾ। ਫਿਰ ਕੋਈ ਵੀ ਰੈਸਪੀ ਤਿਆਰ ਹੁੰਦੀ ਹੈ ਨਾ, ਉਹਦੇ ਵਿੱਚ ਕੁਝ ਰੂਲ ਹੁੰਦੇ ਨੇ ਕਿ ਆਹ ਚੀਜ਼ ਪੈਂਦੀ ਹੈ। ਕੋਈ ਸਬਜ਼ੀ ਬਣਨੀ, ਇਹਦੇ 'ਚ ਆਹ ਚੀਜ਼ ਪੈਣੀ, ਆਹ ਚੀਜ਼ ਨਹੀਂ ਪੈਣੀ। ਕੋਈ ਸਬਜ਼ੀਆਂ ਉਹਦੇ ਵਿੱਚ ਹਲਦੀ ਨਹੀਂ ਪੈਂਦੀ, ਕੁਝ ਹੋਰ ਸਬਜ਼ੀਆਂ ਨੇ ਉਹਨਾਂ 'ਚ ਆਹ ਚੀਜ਼ ਨਹੀਂ ਪੈਂਦੀ, ਪਰ ਸਾਰਾ ਕੁਝ ਸੁੱਟੀ ਜਾਣਾ ਇੱਧਰੋਂ ਵੀ ਤੇ ਇੱਧਰੋਂ ਵੀ। ਉਹ ਫਿਰ ਦਿਮਾਗ ਖਰਾਬ ਹੀ ਹੋਣੇ ਨੇ। ਉਹ ਫਿਰ ਹੋ ਜਾਂਦੇ ਜਦੋਂ ਫਿਰ ਰਣਜੀਤ ਸਿੰਘ ਨੂੰ ਆਪ ਆ ਕੇ ਕਹਿਣਾ ਪੈਂਦਾ, ਨਹੀਂ ਜੀ ਉਹਦਾ ਤੇ 3-4 ਮਹੀਨੇ ਤੋਂ ਇਲਾਜ ਚੱਲਦਾ ਸੀ ਦਿਮਾਗ ਦਾ, ਉਹ ਪਰੇਸ਼ਾਨ ਸੀ। ਪਰੇਸ਼ਾਨ ਘਰੇਲੂ ਥੋੜੀ ਜਿਹੀ ਵਿਚਾਰਾ, ਉਹ ਕਹਿੰਦਾ ਘਰ ਮੇਰਾ ਸਾਰੇ ਨਾਲ ਹੈ, ਪਰਿਵਾਰ ਪਰੇਸ਼ਾਨ ਇਹਨਾਂ ਗੱਲਾਂ ਨੇ ਕੀਤਾ ਕਿ ਜਿਹੜਾ ਮਿਕਸ ਮਸਾਲਾ ਸੁੱਟੀ ਜਾਣਾ ਅਗਲੇ ਦੇ ਦਿਮਾਗ ਦੇ ਵਿੱਚ, ਫਿਰ ਪਰੇਸ਼ਾਨੀ ਤਾਂ ਹੋ ਹੀ ਜਾਣੀ ਕਿਤੇ ਨਾ ਕਿਤੇ ਜਾ ਕੇ। ਕਿਤੇ ਮੇਰੀ ਵੀ ਨਿਭਾ ਦੇ ਸੱਚੇ ਪਾਤਸ਼ਾਹ, ਨਿਭਾ ਦੇ ਸੱਚੇ ਪਾਤਸ਼ਾਹ, ਜਿਨ੍ਹਾਂ ਲਾਈ ਉਹਨਾਂ ਦੀ। ਇਹੋ ਹੀ ਬੰਦੇ ਆ ਜਿਹੜੇ ਕਹਿੰਦੇ ਵੀ ਜੋ ਕਰਨਾ ਤੂੰ ਕਰਨਾ, ਅਰਦਾਸ ਥੋੜੀ ਕਰਨੀ, ਅਰਦਾਸ ਦੀ ਕੀ ਲੋੜ ਆ? ਆ ਗਾ ਕੇ ਕੀ ਕਰ ਰਹੇ ਹੋ? ਵਾਜਾ ਫੜ ਕੇ 20-25 ਢੋਲਕੀਆਂ ਛੈਣਿਆਂ ਵਾਲੇ ਲੈ ਕੇ ਗਾ ਕੇ ਅਰਦਾਸ ਹੀ ਕਰ ਰਹੇ ਹੋ। ਕਿਤੇ ਮੇਰੀ ਵੀ ਨਿਭਾ ਦੇਈਂ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਲਾਈ ਉਹਨਾਂ ਦੀ ਨਿਭੀ। ਅਰਦਾਸ ਇਹ ਕੀ ਆ? ਅਰਦਾਸ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਆਪਾਂ ਖਲੋ ਕੇ ਅਰਦਾਸ ਕਰਦੇ ਹਾਂ। ਜਿਹੜੀ ਅਰਦਾਸ ਕਿਸੇ ਗੀਤ ਦੇ ਵਿੱਚ ਵੀ ਕੀਤੀ ਜਾ ਸਕਦੀ ਹੈ। ਮਤਲਬ ਬੇਨਤੀ ਕਰਨੀ, ਪੁਕਾਰ ਕਰਨੀ, ਉਹ ਅਰਦਾਸ ਹੀ ਹੈ ਕਿ ਨਿਭਾ ਦੇਈਂ ਸੱਚੇ ਪਾਤਸ਼ਾਹ। ਹੁਣ ਸੱਚੇ ਪਾਤਸ਼ਾਹ ਕਿੱਦਾਂ ਨਿਭਾਉਣਗੇ? ਜੇ ਹੋਰ ਕੋਈ ਕਰੇ ਅਰਦਾਸ, ਭਾਈ ਤੂੰ ਕਰਨਾ ਆ, ਇਹ ਗੁਰੂ ਨੇ ਨਹੀਂ ਕਰਨਾ, ਇਹ ਤੂੰ ਕਰਨਾ ਆ। ਫਤਿਹ ਵੀਰ ਵਾਸਤੇ ਅਰਦਾਸਾਂ ਕਰਦੇ ਰਹੇ ਹੋ, ਨਹੀਂ ਸਿਸਟਮ ਨੇ ਕੱਢਣਾ ਆ। ਹਾਲਾਂਕਿ ਸਿਸਟਮ ਵੀ ਹੋਰ ਆਪਣੀ ਜਗ੍ਹਾ ਲਾਉਂਦਾ ਰਿਹਾ। ਮਤਲਬ ਆਪ ਅਰਦਾਸ ਵੀ ਗਾ ਕੇ ਕਰ ਲੈਣੀ ਆ। ਜੇ ਕੋਈ ਦੂਜਾ ਕਰੇ ਉਹ ਪੁਜਾਰੀ ਹੈ। ਜੇ ਦੂਜਾ ਕਰੇ, ਹਰਨੇਕ ਕਹਿੰਦਾ ਕਿ ਜੁਗਾੜ ਕੀਤਾ ਆ। ਇਹ ਦੁਕਾਨਦਾਰੀ ਦਾ ਜੁਗਾੜ ਆ, ਦੁਕਾਨ ਚੱਲਦੀ ਰੱਖਣ ਵਾਸਤੇ ਜਿਹੜਾ ਪੁਜਾਰੀ ਦੇ ਡਹਿ ਬਣਾਇਆ। ਤੇ ਸਹੀ ਗੱਲ ਹੋਰਨਾਂ ਤੇ ਨਹੀਂ ਟੁਕਦੀ, ਬਾਕੀ ਤੇ ਕਰ ਰਿਹਾ ਇਮਾਨਦਾਰੀ ਨਾਲ। ਪਰ ਰਣਜੀਤ ਸਿੰਘ ਨੇ ਦੁਕਾਨਦਾਰੀ ਜ਼ਰੂਰ ਬਣਾਈ ਹੋਈ ਹੈ ਕਿ ਜਦੋਂ ਲੋੜ ਪਈ ਆ ਸੰਚਾਰ ਰੱਖ ਲਿਆ, ਤੇ ਨਾਲ ਇਹ ਵੀ ਕਹਿ ਦਿੱਤਾ ਹੈ ਕਿ ਅੱਗੇ ਪੱਕਾ ਮੋਹਰ ਲਈ ਜਾਊਗੀ, ਹਰ ਮਹੀਨੇ ਹੋਇਆ ਕਰੂਗਾ। ਕਿਤੇ ਮੇਰੀ ਵੀ ਬਿਨਾਂ ਕਹਿਣ ਤੋਂ ਬਈ, ਬਿਨਾਂ ਕਹਿਣ ਤੋਂ ਬਾਹਾਂ ਇੱਕ ਵਾਰ ਖੜੀਆਂ। ਬੋਲੇ ਸੋ ਨਿਹਾਲ ਆ ਗਿਆ ਭਈ, ਨਵੀਂ ਚਲਾਇਓ ਸਭ। ਹੁਣ ਅਕਾਲ ਕਿਹੜਾ ਜਿਹਨੇ ਆਗਿਆ ਕੀਤੀ ਆ ਤੇ ਜਿਹਦੀ ਆਗਿਆ ਦੇ ਨਾਲ ਪੰਥ ਚੱਲਿਆ? ਤੇ ਪੰਥ ਕੀ ਹੈ? ਕਿ ਤੁਹਾਨੂੰ ਸਭ ਕੁਝ ਹੀ ਮਾਫ ਹੈ। ਅਸੀਂ ਪੁਜਾਰੀ ਦਾ ਰੱਬ ਮਾਰਤਾ, ਅਸੀਂ ਕਾਤਲ ਹੁੰਦੇ ਆ, ਅਸੀਂ ਐਂ ਕਰਦੇ ਆ, ਅਸੀਂ ਗਡਾਸਾ ਮੋਢੇ ਤੇ ਰੱਖੀ ਫਿਰਦੇ, ਰੱਬ ਦੇ ਕਾਤਲ ਆ ਅਸੀਂ। ਜਦੋਂ ਦਿਲ ਕੀਤਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ। ਇਹ ਕਿਹੜੀ ਆਗਿਆ ਤੇ ਕਿਹੜੇ ਅਕਾਲ ਨੇ ਕੀਤੀ ਤੇ ਕਿਹੜਾ ਪੰਥ ਹੈ ਜਨਾਬ?
ਲਾਡਲੇ 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 ਉਹ ਲਾਡਲੇ ਜਿਹੇ ਬੱਚੇ ਹੁੰਦੇ ਨਾ, ਉਹ ਮਤਲਬ ਇੱਥੋਂ ਲੰਘਦੇ ਮਾਂ ਨੇ ਕਹਿਣਾ ਕੀ ਹੋਇਆ ਪੁੱਤ, ਆ ਮੇਜ਼ ਨੇ ਮਾਰਿਆ ਹਨਾ, ਉਹਨੇ ਮਾਂ ਨੇ ਉਸੇ ਨਾਲ ਹੈ ਮੇਜ਼ ਦੇ ਮੁੱਕੀ ਮਾਰਨੀ, ਚਲੋ ਫਿਰ ਕੁਛ ਅੱਗੇ ਚਲਾ ਗਿਆ, ਹਾਂ ਕੀ ਹੋ ਗਿਆ, ਬੂਹੇ ਨੇ ਮਾਰਿਆ। ਮਤਲਬ ਕਦੋਂ ਨਿਕਲਾਂਗੇ ਅਸੀਂ ਉਸ ਮੈਂਟੈਲਿਟੀ ਦੇ ਵਿੱਚੋਂ? ਇੱਕ ਲੀਡਰ ਜੇ ਅਸੀਂ ਆਪਣੇ ਆਪ ਨੂੰ ਕਹਾਉਣੇ ਤੇ ਲੀਡਰ ਵਾਲੇ ਗੁਣ, ਮਤਲਬ ਲੀਡਰ ਵਾਲੀ ਬੜਕ ਜਿਹੜੀ ਆ ਕਿ ਆ ਸਟੈਂਡ। ਗੱਲਾਂ ਤੇ ਕਰਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ, ਗੁਰੂ ਨਾਨਕ ਪਾਤਸ਼ਾਹ ਵਰਗੇ ਬਣਦੀਆਂ ਨਹੀਂ, ਚਲੋ ਉਹ ਤਾਂ ਬਹੁਤ ਉਤਾਂ ਦੀਆਂ ਗੱਲਾਂ ਨੇ, ਹੋਰ ਬੜੇ ਨੇ ਛੋਟੇ